ਨੈਕਸਟ ਆਪਰੇਟਿੰਗ ਸਿਸਟਮ ਆ ਬੇਟਾ ਮਲਟੀ ਪ੍ਰੋਸੈਸਿੰਗ ਆਪਰੇਟਿੰਗ ਸਿਸਟਮ। ਉਹ ਕਹਿੰਦਾ ਮਲਟੀ ਪ੍ਰੋਸੈਸਿੰਗ, ਨੇਮ ਤੋਂ ਹੀ ਕਲੀਅਰ ਆ, ਇਹਨੂੰ 2 ਟਰਮਸ ਵਿੱਚ ਡਿਵਾਈਡ ਕਰ ਲਓ। ਮਲਟੀ ਮੀਨਸ ਮੈਨੀ, ਪ੍ਰੋਸੈਸਿੰਗ ਮੀਨਸ ਪ੍ਰੋਸੈਸਰ। ਦੇਖੋ ਹੁਣ ਤੱਕ ਆਪਾਂ ਜਿੰਨੇ ਆਪਰੇਟਿੰਗ ਸਿਸਟਮ ਕੀਤੇ ਆ, ਮਲਟੀ ਪ੍ਰੋਗਰਾਮਿੰਗ ਜਾਂ ਮਲਟੀ ਟਾਸਕਿੰਗ, ਠੀਕ ਹੈ, ਜਾਂ ਮਲਟੀ ਯੂਜ਼ਰ ਆ, ਸਾਰੇ ਕੀ ਆ ਉਹਨਾਂ ਕੇਸ ਵਿੱਚ ਇੱਕੋ ਹੀ ਪ੍ਰੋਸੈਸਰ ਹੁੰਦਾ ਸੀ। ਮਲਟੀ ਪ੍ਰੋਸੈਸਿੰਗ ਦਾ ਮਤਲਬ ਆ ਮਲਟੀਪਲ ਪ੍ਰੋਸੈਸਰ, ਇੱਕ ਤੋਂ ਜ਼ਿਆਦਾ ਪ੍ਰੋਸੈਸਰ। ਮਲਟੀ ਪ੍ਰੋਸੈਸਰ ਇਜ਼ ਅ ਸਿਸਟਮ ਦੈਟ ਕੰਟੇਨ 2 ਔਰ ਮੋਰ ਪ੍ਰੋਸੈਸਰਸ ਔਰ CPU, ਠੀਕ ਹੈ, ਜਿਹਦੀ ਐਬਿਲਿਟੀ ਕੀ ਆ ਕਿ ਕਿੰਨੇ ਸਾਰੇ ਪ੍ਰੋਗਰਾਮ ਸੇਮ ਟਾਈਮ 'ਤੇ ਐਗਜ਼ੀਕਿਊਟ ਹੋ ਸਕਦੇ ਆ, ਇਸ ਕਰਕੇ ਇਹਦਾ ਨਾਮ ਪਿਆ ਮਲਟੀ ਪ੍ਰੋਸੈਸਰ। ਮਲਟੀ ਪ੍ਰੋਸੈਸਰਸ ਦੇ ਵਿੱਚ ਕੀ ਆ, ਜਿੰਨੇ ਪ੍ਰੋਸੈਸਰਸ ਆ CPU 1 2 3 ਮਲਟੀਪਲ ਪ੍ਰੋਸੈਸਰਸ ਆ, ਉਹ ਸਾਰੇ ਸੇਮ ਜਿਹੜੀ ਆ ਮੈਮਰੀ ਸ਼ੇਅਰ ਕਰਦੇ ਆ, ਸੇਮ ਬੱਸਿਸ ਸ਼ੇਅਰ ਕਰਦੇ ਆ, ਸੇਮ ਕਲੌਕ ਸ਼ੇਅਰ ਕਰਦੇ ਆ, ਸੇਮ ਇਨਪੁਟ ਆਊਟਪੁੱਟ ਡਿਵਾਈਸਿਸ ਸ਼ੇਅਰ ਕਰਦੇ ਆ। ਮਤਲਬ ਤੁਸੀਂ ਇਹ ਅਜ਼ਿਊਮ ਕਰ ਲਓ ਜਿਵੇਂ ਇਹ 4 ਬਾਕਸਿਸ ਬਣਾਏ ਆ, ਇੱਕੋ ਹੀ ਕੰਪਿਊਟਰ ਹੈ, ਇਨਪੁਟ ਡਿਵਾਈਸ ਵੀ ਇੱਕ ਹੈ, ਆਊਟਪੁੱਟ ਡਿਵਾਈਸ ਵੀ ਇੱਕ ਹੈ। ਇੱਕ ਪ੍ਰੋਸੈਸਰ ਦੀ ਜਗ੍ਹਾ ਸਪੋਜ਼ 4 ਪ੍ਰੋਸੈਸਰ ਲੱਗੇ ਹੋਏ ਆ, ਤਾਂ ਚਾਰੇ ਦੇ ਚਾਰੇ ਪ੍ਰੋਸੈਸਰ ਇੱਕ ਕੰਪਿਊਟਰ ਦੇ ਵਿੱਚ ਸੇਮ ਇਨਪੁਟ ਡਿਵਾਈਸ ਉਹ ਯੂਜ਼ ਕਰਨਗੇ, ਸੇਮ ਆਊਟਪੁੱਟ ਡਿਵਾਈਸ, ਸੇਮ ਕਲੌਕ ਅਤੇ ਸੇਮ ਬੱਸਿਸ। ਮਲਟੀ ਪ੍ਰੋਸੈਸਿੰਗ ਆਪਰੇਟਿੰਗ ਸਿਸਟਮ ਨੂੰ ਪੈਰਲਲ ਆਪਰੇਟਿੰਗ ਸਿਸਟਮ ਵੀ ਕਹਿੰਦੇ ਆ, ਕਿਉਂਕਿ ਕਿੰਨੇ ਸਾਰੇ ਪ੍ਰੋਸੈਸਰ ਔਰ ਸਾਰੇ ਪੈਰਲਲ ਰਨ ਹੁੰਦੇ ਆ, ਇਕੱਠੇ ਰਨ ਹੁੰਦੇ ਆ। ਔਰ ਉਹਦੇ ਨਾਲ ਹੁੰਦਾ ਕੀ ਐਡਵਾਂਟੇਜ ਕੀ ਹੋਊਗੀ ਜੇ ਆਪਾਂ ਦੇਖੀਏ, ਕਿੱਥੇ ਇੱਕ ਜੋਬ ਨੂੰ ਮਤਲਬ ਇੱਕ ਪ੍ਰੋਸੈਸਰ ਸਿਰਫ ਆ ਜੋਬਸ ਨੂੰ ਐਗਜ਼ੀਕਿਊਟ ਕਰਨ ਲਈ, ਜੇ 4 ਜੋਬਸ ਆਈਆਂ ਤਾਂ ਇੱਕ ਪ੍ਰੋਸੈਸਰ ਨੇ ਪ੍ਰੋਸੈਸ ਕਰ ਲਈਆਂ। ਮਲਟੀ ਪ੍ਰੋਸੈਸਿੰਗ ਵਿੱਚ ਕੀ ਆ, ਸਪੋਜ਼ 4 ਪ੍ਰੋਸੈਸਰ ਹੈ, 4 ਜੋਬਸ ਆ ਗਈਆਂ ਤਾਂ ਸਾਰੀਆਂ ਨਾਲ ਦੀ ਨਾਲ ਪ੍ਰੋਸੈਸ ਹੋ ਜਾਣਗੀਆਂ, ਪ੍ਰੋਸੈਸਿੰਗ ਸਪੀਡ ਬਹੁਤ ਫਾਸਟ ਹੋ ਜਾਂਦੀ ਹੈ, ਠੀਕ ਹੈ। ਇਹ ਆਪਾਂ ਉੱਥੇ ਯੂਜ਼ ਕਰਦੇ ਹਾਂ ਜਿੱਥੇ ਲਾਰਜ ਅਮਾਊਂਟ ਆਫ ਜੋਬਸ ਹੋਣ ਜਾਂ ਕਿਸੇ ਜੋਬ ਦਾ ਟਾਈਮ ਬਹੁਤ ਜ਼ਿਆਦਾ ਹੋਵੇ, ਤਾਂ ਇੱਕ ਪ੍ਰੋਸੈਸਰ ਐਗਜ਼ੀਕਿਊਟ ਕਰਨ ਨੂੰ ਟਾਈਮ ਲਗਾਉਂਦਾ ਵਾ, ਆਪਾਂ ਉਹਨਾਂ ਨੂੰ ਡਿਵਾਈਡ ਕਰ ਦਿੰਦੇ ਹਾਂ, ਠੀਕ ਹੈ, ਮਲਟੀਪਲ ਪ੍ਰੋਸੈਸਰ ਵਿੱਚ ਉਸ ਜੋਬ ਨੂੰ, ਔਰ ਸਾਰੇ ਪੈਰਲਲੀ ਐਗਜ਼ੀਕਿਊਟ ਕਰ ਦਿੰਦੇ ਆ, ਜੋਬ ਜਲਦੀ ਕੰਪਲੀਟ ਹੋ ਜਾਂਦੀ ਹੈ, ਠੀਕ। ਉਹ ਕਹਿੰਦਾ ਇਹਦੇ ਵਿੱਚ ਕੀ ਹੁੰਦਾ ਵਾ ਕਿ ਆਪਾਂ ਡਿਫਰੈਂਟ ਪ੍ਰੋਸੈਸਰਸ ਨੂੰ ਅਲੱਗ-ਅਲੱਗ ਜੋਬਸ ਵੀ ਦੇ ਸਕਦੇ ਹਾਂ, ਸਾਰੇ ਪ੍ਰੋਸੈਸਰਸ ਨੂੰ ਸੇਮ ਜੋਬ ਵੀ ਡਿਵਾਈਡ ਕਰਕੇ ਦੇ ਸਕਦੇ ਹਾਂ, ਡਿਪੈਂਡ ਕਰਦਾ ਕਿ ਆਪਾਂ ਇਹਨਾਂ ਨੂੰ ਕਿਵੇਂ ਯੂਜ਼ ਕਰਨਾ ਚਾਹੁੰਦੇ ਹਾਂ। ਉਹ ਕਹਿੰਦਾ ਜਿਹੜੇ CPU ਆ ਸਾਈਮਲਟੇਨੀਅਸਲੀ ਐਗਜ਼ੀਕਿਊਟ ਕਰਦੇ ਆ ਇੰਸਟਰਕਸ਼ਨਸ, ਅਲੱਗ-ਅਲੱਗ ਇੰਸਟਰਕਸ਼ਨਸ ਸੇਮ ਪ੍ਰੋਗਰਾਮ ਦੀਆਂ। ਮਤਲਬ ਅਗਰ ਤੁਸੀਂ ਇੱਕ ਪ੍ਰੋਗਰਾਮ 4 ਵਿੱਚ ਵੰਡਤਾ ਤਾਂ ਚਾਰੇ ਪੈਰਲਲ ਐਗਜ਼ੀਕਿਊਟ ਕਰ ਦੇਣਗੇ ਔਰ ਉਹਦੀ ਐਗਜ਼ੀਕਿਊਸ਼ਨ ਫਾਸਟ ਹੋ ਜੂਗੀ, ਠੀਕ ਹੈ। ਉਹ ਕਹਿੰਦਾ 2 ਤਰ੍ਹਾਂ ਦੇ ਮਲਟੀ ਪ੍ਰੋਸੈਸਿੰਗ ਆਪਰੇਟਿੰਗ ਸਿਸਟਮ ਹੁੰਦੇ ਆ, ਇੱਕ ਸਿਮੈਟਰਿਕ ਅਤੇ ਇੱਕ ਏਸਿਮੈਟਰਿਕ। ਸਿਮੈਟਰਿਕ ਮਲਟੀ ਪ੍ਰੋਸੈਸਿੰਗ ਸਿਸਟਮ ਹੈ ਕਿ ਹਰੇਕ ਪ੍ਰੋਸੈਸਰ ਜਿਹੜਾ ਵਾ ਉਹ 'ਤੇ ਸੇਮ ਕਾਪੀ ਆ ਆਪਰੇਟਿੰਗ ਸਿਸਟਮ ਦੀ, ਠੀਕ। ਮਤਲਬ ਕਿ ਅਗਰ ਇੱਕ ਪ੍ਰੋਸੈਸਰ 'ਤੇ ਵਿੰਡੋ ਆ ਤਾਂ ਬਾਕੀਆਂ 'ਤੇ ਵੀ ਵਿੰਡੋ ਉਹੀ ਆ, ਵਿੰਡੋ 10 ਆ ਜੇ ਇੱਕ 'ਤੇ ਤਾਂ ਬਾਕੀ ਤਿੰਨਾਂ 'ਤੇ ਵੀ ਵਿੰਡੋ 10 ਹੀ ਹੋਊਗੀ। ਸਿਮੈਟਰੀ ਮਤਲਬ ਵੀ ਆਪਰੇਟਿੰਗ ਸਿਸਟਮ ਦੀ ਸਿਮੈਟਰੀ ਆ ਸਭ 'ਤੇ, ਠੀਕ ਹੈ। ਜਿਹੜੇ ਉਹ ਪ੍ਰੋਸੈਸਰ ਆਪਸ ਵਿੱਚ ਕਮਿਊਨੀਕੇਟ ਕਰ ਰਹੇ ਆ, ਐਗਜ਼ੀਕਿਊਟ ਕਰ ਰਹੇ ਆ ਪ੍ਰੋਗਰਾਮ ਨੂੰ ਸਾਈਮਲਟੇਨੀਅਸਲੀ, ਠੀਕ। ਸਾਰੇ ਪ੍ਰੋਸੈਸਰ ਜਿਹੜੇ ਆਇਡੈਂਟੀਕਲ ਆ, ਸੇਮ ਫੰਕਸ਼ਨ ਪਰਫੋਰਮ ਕਰਨਗੇ, ਇਹਦਾ ਮਤਲਬ ਉਹ ਇਕੁਅਲ ਅਮਾਊਂਟ ਆਫ ਲੋਡ ਸ਼ੇਅਰ ਕਰ ਲੈਣਗੇ। ਮਤਲਬ ਜੇ ਕੋਈ ਜੋਬਸ ਆਈਆਂ ਤਾਂ ਉਹ ਜੋਬ ਆਪਸ ਵਿੱਚ ਡਿਵਾਈਡ ਕਰਕੇ ਇਕੁਅਲ ਲੋਡ ਸ਼ੇਅਰ ਕਰ ਲੈਣਗੇ। ਸਿਮੈਟਰਿਕ ਰਿਲੇਸ਼ਨ ਨੂੰ ਪੀਅਰ ਟੂ ਪੀਅਰ ਰਿਲੇਸ਼ਨਸ਼ਿਪ ਵੀ ਕਿਹਾ ਜਾਂਦਾ ਹੈ, ਠੀਕ ਹੈ। ਯੂਨਿਕਸ ਵਿੱਚ ਯੂਜ਼ ਹੁੰਦਾ ਸਿਮੈਟਰਿਕ ਆਪਰੇਟਿੰਗ ਸਿਸਟਮ। ਉਹ ਕਹਿੰਦਾ ਜੇ M ਪ੍ਰੋਸੈਸਰਸ ਹੈ, M ਪ੍ਰੋਸੈਸ ਹੈ ਤਾਂ M ਪ੍ਰੋਸੈਸਰਸ ਹੈ, ਜਿੰਨੀਆਂ ਜੋਬਸ ਆਈਆਂ ਸਭ ਨੂੰ ਇਕੁਅਲੀ ਡਿਵਾਈਡ ਹੋ ਗਈਆਂ, ਠੀਕ। ਉਹ ਕਹਿੰਦਾ ਏਸਿਮੈਟਰਿਕ ਮਲਟੀ ਪ੍ਰੋਸੈਸਿੰਗ ਕੀ ਆ, ਜਿਹੜੀ ਡਾਇਗਰਾਮ ਹੈ ਇਹ ਸਿਮੈਟਰਿਕ ਮਲਟੀ ਪ੍ਰੋਸੈਸਿੰਗ ਦੀ ਹੈ ਕਿ 4 ਪ੍ਰੋਸੈਸਰ ਆ, ਚਾਰੇ ਇੱਕ ਦੂਸਰੇ ਨਾਲ ਲਿੰਕ ਹੈ, ਸੇਮ ਕਾਪੀ ਆਪਰੇਟਿੰਗ ਸਿਸਟਮ ਦੀ, ਸਾਰਿਆਂ ਦੇ ਵਿੱਚ ਜੋਬਸ ਡਿਵਾਈਡ ਹੋ ਜਾਂਦੀਆਂ। ਏਸਿਮੈਟਰਿਕ ਮਲਟੀ ਪ੍ਰੋਸੈਸਿੰਗ ਕੀ ਹੈ, ਪ੍ਰੋਸੈਸਰਸ ਡੂ ਡਿਫਰੈਂਟ ਥਿੰਗਸ। ਉਹ ਕਹਿੰਦਾ ਹੁਣ ਪ੍ਰੋਸੈਸਰ ਆਇਡੈਂਟੀਕਲ ਨਹੀਂ ਹੈਗੇ, ਹਰੇਕ ਪ੍ਰੋਸੈਸਰ ਅਲੱਗ-ਅਲੱਗ ਕੰਮ ਕਰ ਰਿਹਾ, ਏਸਿਮੈਟਰਿਕ ਹੈ, ਠੀਕ। ਜਿਵੇਂ ਇੱਕ ਮਾਸਟਰ ਹੈ, ਠੀਕ ਹੈ। ਉਹ ਕਹਿੰਦਾ ਹੁਣ ਇਹ ਇਕੁਅਲ ਲੋਡ ਸ਼ੇਅਰ ਨਹੀਂ ਕਰਦੇ, ਹਰੇਕ ਪ੍ਰੋਸੈਸਰ ਨੂੰ ਸਪੈਸੀਫਿਕ ਟਾਸਕ ਦਿੱਤਾ ਜਾਂਦਾ ਹੈ, ਦੇ ਡੂ ਨਾਟ ਸ਼ੇਅਰ ਇਕੁਅਲ ਲੋਡ, ਠੀਕ ਹੈ। ਇਹਦੇ ਵਿੱਚ ਮਾਸਟਰ ਸਲੇਵ ਰਿਲੇਸ਼ਨਸ਼ਿਪ ਹੁੰਦਾ ਹੈ ਕਿ ਮਾਸਟਰ ਕੋਲ ਜਿਹੜਾ ਕੰਟਰੋਲ ਕਰੂਗਾ ਉਹ ਮਾਸਟਰ ਕਰੂਗਾ, ਮਾਸਟਰ ਪ੍ਰੋਸੈਸਰਸ ਨੂੰ ਇੰਸਟਰਕਸ਼ਨਸ ਦਊਗਾ ਕਿ ਕਿਹਨੇ ਕੀ ਕਰਨਾ ਸਲੇਵਸ ਨੂੰ, ਠੀਕ ਹੈ। ਸਲੇਵਸ ਜਿਹੜੇ ਆ ਉਹੀ ਕੰਮ ਕਰਨਗੇ ਜਿਹੜਾ ਉਹਨਾਂ ਨੂੰ ਮਾਸਟਰ ਡਿਵਾਈਡ ਕਰੂਗਾ। ਏਸਿਮੈਟਰਿਕ ਦੇ ਵਿੱਚ ਮਾਸਟਰ ਜਿਹੜਾ ਪ੍ਰੋਸੈਸਰ ਆ ਉਹ ਕੰਟਰੋਲਿੰਗ ਵੀ ਕਰਦਾ ਸਾਰਿਆਂ ਦੀ ਸਲੇਵਸ ਦੀ, ਸ਼ਡਿਊਲਿੰਗ ਵੀ ਕਰਦਾ ਅਤੇ ਉਹਨਾਂ ਨੂੰ ਜੋਬਸ ਵੀ ਅਲੋਟ ਕਰਦਾ, ਤਾਂ ਇਹਨੂੰ ਏਸਿਮੈਟਰਿਕ ਮਲਟੀ ਪ੍ਰੋਸੈਸਿੰਗ ਕਿਹਾ ਜਾਂਦਾ ਹੈ। ਉਹ ਕਹਿੰਦਾ ਮੈਥ ਕੋ ਪ੍ਰੋਸੈਸਰ ਫਲੋਟਿੰਗ ਪੁਆਇੰਟ ਕੈਲਕੂਲੇਸ਼ਨ ਵਿੱਚ ਆਪਾਂ ਏਸਿਮੈਟਰਿਕ ਮਲਟੀ ਪ੍ਰੋਸੈਸਿੰਗ ਯੂਜ਼ ਕਰਦੇ ਹਾਂ। ਸਿਮੈਟਰਿਕ ਦੇ ਵਿੱਚ ਸਭ ਨੂੰ ਇਕੁਅਲੀ ਡਿਵਾਈਡ ਹੋ ਜਾਂਦਾ, ਠੀਕ ਹੈ। ਏਸਿਮੈਟਰਿਕ ਮਤਲਬ ਸਿਮੈਟਰਿਕ ਵਿੱਚ ਸਾਰੇ ਇਕੁਅਲ ਆ, ਪੀਅਰ ਟੂ ਪੀਅਰ ਰਿਲੇਸ਼ਨਸ਼ਿਪ ਹੈ, ਜਿਹੜਾ ਕੰਮ ਆਇਆ ਸਾਰਿਆਂ ਵਿੱਚ ਇਕੁਅਲੀ ਡਿਵਾਈਡ ਹੋ ਗਿਆ। ਏਸਿਮੈਟਰਿਕ ਦੇ ਵਿੱਚ ਇਕੁਅਲ ਨਹੀਂ ਹੁੰਦਾ, ਇੱਕ ਮਾਸਟਰ ਹੈ ਬਾਕੀ ਸਲੇਵਸ ਆ, ਜਿਹੜਾ ਮਾਸਟਰ ਆ ਉਹ ਸਾਰੇ ਪ੍ਰੋਸੈਸਰਸ ਨੂੰ ਕੰਟਰੋਲ ਕਰੂਗਾ, ਠੀਕ ਹੈ। ਨੈਕਸਟ ਆ ਗਿਆ ਐਡਵਾਂਟੇਜਸ ਆਫ ਮਲਟੀ ਪ੍ਰੋਸੈਸਿੰਗ ਸਿਸਟਮ। ਮਲਟੀ ਪ੍ਰੋਸੈਸਿੰਗ ਸਿਸਟਮ ਰਿਲਾਇਬਲ ਹੁੰਦੇ ਆ। ਰਿਲਾਇਬਿਲਿਟੀ ਮਤਲਬ ਜਦੋਂ ਦੇਖੋ ਇੱਕ ਪ੍ਰੋਸੈਸਰ ਹੁੰਦਾ ਸੀ, ਸਪੋਜ਼ ਇੱਕ ਪ੍ਰੋਸੈਸਰ ਫੇਲ ਹੋ ਗਿਆ ਤਾਂ ਕੀ ਹੋਇਆ, ਆਪਣਾ ਕੰਮ ਸਟਾਪ ਹੋ ਜਾਂਦਾ ਸੀ। ਬਟ ਮਲਟੀ ਪ੍ਰੋਸੈਸਿੰਗ ਵਿੱਚ ਕੀ ਹੈ, ਰਿਲਾਇਬਿਲਿਟੀ ਹੈ, ਇੱਕ ਪ੍ਰੋਸੈਸਰ ਨਹੀਂ ਹੈਗਾ, ਮਲਟੀਪਲ ਪ੍ਰੋਸੈਸਰ ਹੈ। ਅਗਰ ਇੱਕ ਪ੍ਰੋਸੈਸਰ ਬ੍ਰੇਕ ਡਾਊਨ ਹੋ ਗਿਆ ਤਾਂ ਬਾਕੀ ਪ੍ਰੋਸੈਸਰ ਉਹਦੇ ਲੋਡ ਨੂੰ ਆਟੋਮੈਟਿਕਲੀ ਆਪਸ ਵਿੱਚ ਸ਼ੇਅਰ ਕਰ ਲੈਣਗੇ, ਜਦੋਂ ਤੱਕ ਉਹ ਕਹਿੰਦਾ ਕੰਮ ਚੱਲਦਾ ਰਹੂਗਾ, ਜਦੋਂ ਤੱਕ ਸਾਰੇ ਪ੍ਰੋਸੈਸਰ ਨਹੀਂ ਫੇਲ ਹੋ ਜਾਂਦੇ।
ਜਿਵੇਂ ਸਪੋਜ਼ 4 ਪ੍ਰੋਸੈਸਰ ਹੈ, ਇੱਕ ਫੇਲ ਹੋ ਗਿਆ ਤਾਂ ਬਾਕੀ ਤਿੰਨੋਂ ਦਾ ਲੋਡ ਡਿਵਾਈਡ ਕਰ ਲੈਣਗੇ। ਉਹ ਕਹਿੰਦਾ ਇਹ ਉਦੋਂ ਤੱਕ ਰਿਲਾਏਬਲ ਹੈ ਜਦੋਂ ਤੱਕ ਕੰਪਲੀਟ ਬ੍ਰੇਕਡਾਊਨ ਨਹੀਂ ਹੋ ਜਾਂਦਾ। ਠੀਕ ਹੈ। ਇੰਪਰੂਵ ਥਰੂਆਪੁੱਟ, ਓਬਵੀਅਸਲੀ ਜਿਹੜੀ ਜੋਬ ਦੀ ਐਗਜ਼ੀਕਿਊਸ਼ਨ ਟਾਈਮ ਹੈ, ਨੰਬਰ ਆਫ ਜੋਬਸ ਜ਼ਿਆਦਾ ਐਗਜ਼ੀਕਿਊਟ ਹੋਣ ਲੱਗ ਗਈਆਂ ਵਿਦਿਨ ਦਾ ਟਾਈਮ। ਕਿੱਥੇ ਮੰਨ ਲਓ ਹੁਣ ਇੱਕ ਜੋਬ ਸੀ, 4 ਜੋਬਸ ਉਹਨਾਂ ਨੂੰ ਐਗਜ਼ੀਕਿਊਟ ਕਰਨ ਨੂੰ ਕਿੰਨਾ ਟਾਈਮ ਲੱਗਦਾ ਸੀ, ਹੁਣ ਜੇ 4 ਇੱਕ ਪ੍ਰੋਸੈਸਰ ਤੇ ਜੇ 4 ਪ੍ਰੋਸੈਸਰ ਆ ਗਏ ਤਾਂ ਉਹ 1/4 ਟਾਈਮ ਵਿੱਚ ਐਗਜ਼ੀਕਿਊਟ ਹੋ ਜਾਣੀਆਂ। ਤਾਂ ਥਰੂਆਪੁੱਟ ਵੱਧ ਗਈ, ਨੰਬਰ ਆਫ ਜੋਬਸ ਜਿਹੜੀਆਂ ਐਗਜ਼ੀਕਿਊਟ ਹੁੰਦੀਆਂ ਪਰ ਯੂਨਿਟ ਆਫ ਟਾਈਮ ਉਹ ਇਨਕਰੀਜ਼ ਹੋ ਗਈਆਂ, ਪਰਫੋਰਮੈਂਸ ਵੱਧ ਗਈ ਸਿਸਟਮ ਦੀ, ਕਿਉਂਕਿ ਪੈਰਲਲ ਪ੍ਰੋਸੈਸਿੰਗ ਹੈ, ਪ੍ਰੋਗਰਾਮਸ ਪੈਰਲਲ ਐਗਜ਼ੀਕਿਊਟ ਹੋ ਰਿਹਾ ਤਾਂ ਆਊਟਪੁੱਟ ਜਲਦੀ ਆ ਜਾਂਦੀ ਹੈ। ਟਾਈਮ ਅਰਾਊਂਡ ਵੀ ਘੱਟ ਗਿਆ, ਲੋਅਰ ਟਰਨ ਅਰਾਊਂਡ ਟਾਈਮ। ਆਪਾਂ ਹਮੇਸ਼ਾ ਇਹ ਗੱਲ ਕਹਿੰਦੇ ਹਾਂ ਥਰੂਆਪੁੱਟ ਵੱਧਦੀ ਹੈ। ਥਰੂਆਪੁੱਟ ਮਤਲਬ ਨੰਬਰ ਆਫ ਜੋਬਸ ਜਿਹੜੀਆਂ ਪਰਫੋਰਮ ਹੋ ਰਹੀਆਂ ਗਿਵਨ ਟਾਈਮ ਦੇ ਵਿੱਚ ਉਹ ਵੱਧ ਗਈਆਂ। ਠੀਕ ਹੈ। ਪਰ ਟਾਈਮ ਘੱਟ ਜਾਂਦਾ। ਟਾਈਮ ਆਪਾਂ ਕਿਵੇਂ ਕਹਿੰਦੇ ਹਾਂ ਕਿ ਜੋਬ ਨੂੰ ਪ੍ਰੋਸੈਸ ਹੋ ਕੇ ਆਊਟਪੁੱਟ ਆਉਣ ਦਾ ਟਾਈਮ ਹੈ, ਜਿਹੜਾ ਰਿਸਪੌਂਸ ਟਾਈਮ ਹੈ, ਵੇਟਿੰਗ ਟਾਈਮ ਹੈ, ਸਭ ਕੁਝ ਰਿਡਿਊਸ ਹੋ ਗਿਆ, ਕਿਉਂਕਿ ਪ੍ਰੋਸੈਸਰ ਮਲਟੀਪਲ ਆ, ਪੈਰਲਲੀ ਆਪਾਂ ਸਾਰਿਆਂ ਨੂੰ ਅਲੋਟ ਕਰਤਾ ਅਤੇ ਜਿਹੜੀ ਆਊਟਪੁੱਟ ਆ ਉਹ ਬੜੀ ਜਲਦੀ ਆ ਜੂਗੀ। ਜਦੋਂ ਯੂਜ਼ਰ ਜੋਬ ਸਬਮਿਟ ਹੋਊਗਾ ਨਾਲ ਦੀ ਨਾਲ ਉਹ ਪ੍ਰੋਸੈਸ ਹੋ ਜੂਗੀ, ਨਾਲ ਦੀ ਨਾਲ ਰਿਜ਼ਲਟ ਆ ਜੂਗਾ। ਤਾਂ ਆਪਾਂ ਕਹਿੰਦੇ ਕਿ ਜਿਹੜਾ ਟਰਨ ਅਰਾਊਂਡ ਟਾਈਮ ਹੈ ਉਹ ਰਿਡਿਊਸ ਹੋ ਗਿਆ। ਐਫੀਸ਼ੀਐਂਟ ਯੂਟੀਲਾਈਜੇਸ਼ਨ ਆਫ ਆਲ ਰਿਸੋਰਸਿਸ, ਸਾਰੇ ਰਿਸੋਰਸਿਸ ਐਫੀਸ਼ੀਐਂਟਲੀ ਯੂਟੀਲਾਈਜ਼ ਹੋ ਰਹੇ ਹੈ। ਠੀਕ। ਇਕਨੋਮੀਕਲ ਹੈ, ਉਹ ਕਹਿੰਦਾ ਆਪਾਂ ਇਕਨੋਮੀਕਲ ਕਿਵੇਂ ਆ ਵੀ ਜਿੰਨੇ ਮਰਜ਼ੀ ਪ੍ਰੋਸੈਸਰ ਆਪਾਂ ਅਟੈਚ ਕੀਤੇ ਆ, ਇਨਪੁੱਟ ਡਿਵਾਈਸ ਵੀ ਇੱਕ ਹੀ ਆ, ਆਊਟਪੁੱਟ ਡਿਵਾਈਸ ਵੀ ਇੱਕ ਹੀ ਆ, ਸਭ ਕੁਝ ਉਹ ਆਪਸ ਵਿੱਚ ਸ਼ੇਅਰ ਕਰ ਰਿਹਾ ਅਤੇ ਇਹਦੀ ਕੋਸਟ ਜ਼ਿਆਦਾ ਨਹੀਂ ਪੈਂਦੀ। ਠੀਕ ਹੈ। ਡਿਸਐਡਵਾਂਟੇਜਸ ਕੀ ਹੈ, ਸਫੋਸਟੀਕੇਟਡ ਆਪਰੇਟਿੰਗ ਸਿਸਟਮ ਹੈ। ਠੀਕ ਹੈ। ਪ੍ਰੋਪਰ ਸ਼ਡਿਊਲਿੰਗ ਚਾਹੀਦੀ ਹੈ ਮਲਟੀਪਲ ਪ੍ਰੋਸੈਸਰਸ ਨੂੰ ਹੈਂਡਲ ਕਰਨ ਲਈ। ਉਸ ਤੋਂ ਬਾਅਦ ਉਹ ਕਹਿੰਦਾ ਮੇਨ ਮੈਮਰੀ ਵੀ ਜ਼ਿਆਦਾ ਚਾਹੀਦੀ ਹੈ। ਓਬਵੀਅਸਲੀ ਯੂਜ਼ਰ ਦੇ ਪ੍ਰੋਗਰਾਮਸ ਕਿੰਨੇ ਜ਼ਿਆਦਾ ਵਾ, ਮਲਟੀਪਲ ਪ੍ਰੋਸੈਸਰਸ ਆਪਾਂ ਜ਼ਿਆਦਾ ਪ੍ਰੋਸੈਸਿੰਗ ਕਰਨ ਲੱਗ ਜਾਂਗੇ, ਜ਼ਿਆਦਾ ਪ੍ਰੋਗਰਾਮ ਐਗਜ਼ੀਕਿਊਟ ਕਰਾਂਗੇ ਤਾਂ ਮੇਨ ਮੈਮਰੀ ਦੀ ਰਿਕੁਆਇਰਮੈਂਟ ਹੈਗੀ ਹੋਈ ਹੈ। ਤੀਸਰੀ ਗੱਲ, ਜਿਹੜੀ ਮੇਨ ਕੋਸਟ ਜੇ ਆਪਾਂ ਧਿਆਨ ਦਈਏ ਤਾਂ ਉਹ ਪ੍ਰੋਸੈਸਰ ਦੀ ਹੁੰਦੀ ਹੈ। ਠੀਕ। ਜਦੋਂ ਆਪਾਂ ਨੰਬਰ ਆਫ ਪ੍ਰੋਸੈਸਰ ਵਧਾ ਤੇ ਤਾਂ ਉਹ ਐਕਸਪੈਂਸਿਵ ਵੀ ਪਊਗਾ, ਜਿੰਨੇ ਪ੍ਰੋਸੈਸਰ ਆਪਾਂ ਇਨਕਰੀਜ਼ ਕਰਾਂਗੇ ਮਲਟੀ ਪ੍ਰੋਸੈਸਿੰਗ ਦੇ ਵਿੱਚ ਉਨੀ ਉਹਦੀ ਕੋਸਟ ਵੱਧਦੀ ਜਾਊਗੀ। ਆਪਾਂ ਨੂੰ ਉਹਨੂੰ ਆਪਰੇਟ ਕਰਨ ਦੇ ਮੇਨਟੇਨੈਂਸ ਦੇ ਚਾਰਜਸ ਵੀ ਉਨੇ ਹੀ ਪੇ ਕਰਨੇ ਪੈਣਗੇ। ਠੀਕ ਹੈ। ਤਾਂ ਇਹ ਸੀਗਾ ਮਲਟੀ ਪ੍ਰੋਸੈਸਿੰਗ ਜਿਹਦੇ ਵਿੱਚ ਮਲਟੀਪਲ ਪ੍ਰੋਸੈਸਰਸ ਹੈ। ਅਗਲਾ ਵਾ ਡਿਫਰੈਂਸ ਮਲਟੀ ਪ੍ਰੋਗਰਾਮਿੰਗ ਅਤੇ ਮਲਟੀ ਪ੍ਰੋਸੈਸਿੰਗ ਦਾ। ਮਲਟੀ ਪ੍ਰੋਗਰਾਮਿੰਗ ਵਿੱਚ ਮਲਟੀਪਲ ਪ੍ਰੋਗਰਾਮ ਸਿੰਗਲ ਪ੍ਰੋਸੈਸਰ, ਮਲਟੀ ਪ੍ਰੋਸੈਸਿੰਗ ਵਿੱਚ ਮਲਟੀਪਲ ਪ੍ਰੋਸੈਸਰ। ਮਲਟੀ ਪ੍ਰੋਗਰਾਮਿੰਗ ਵਿੱਚ 2 ਔਰ ਮੋਰ ਪ੍ਰੋਗਰਾਮ ਐਗਜ਼ੀਕਿਊਟ ਹੁੰਦੇ ਵਿਦ ਸਿੰਗਲ ਪ੍ਰੋਸੈਸਰ, ਮਲਟੀ ਪ੍ਰੋਸੈਸਿੰਗ ਵਿੱਚ 2 ਔਰ ਮੋਰ ਪ੍ਰੋਗਰਾਮ ਵਿਦ ਮਲਟੀਪਲ ਪ੍ਰੋਸੈਸਰਸ। ਮਲਟੀ ਪ੍ਰੋਗਰਾਮਿੰਗ ਦੇ ਵਿੱਚ ਉਹ ਕਹਿੰਦਾ ਪੋਰਸ਼ਨ ਆਫ ਵਨ ਪ੍ਰੋਗਰਾਮ ਇਜ਼ ਐਗਜ਼ੀਕਿਊਟਡ ਫਸਟ ਦੈਨ ਸੈਗਮੈਂਟ ਆਫ ਅਨਦਰ ਐਂਡ ਸੋ ਔਨ। ਮਲਟੀ ਪ੍ਰੋਸੈਸਿੰਗ ਦੇ ਵਿੱਚ ਕੀ ਹੈ, ਸੈਵਰਲ ਪ੍ਰੋਗਰਾਮਸ ਪੈਰਲਲੀ ਐਗਜ਼ੀਕਿਊਟ ਹੋ ਜਾਂਦੇ ਕਿਉਂਕਿ ਪ੍ਰੋਸੈਸਰ ਮਲਟੀਪਲ ਹੈ। ਮਲਟੀ ਪ੍ਰੋਗਰਾਮਿੰਗ ਵਿੱਚ ਟਾਈਮ ਸ਼ੇਅਰਿੰਗ ਯੂਜ਼ ਹੁੰਦਾ ਵਾ ਪ੍ਰੋਗਰਾਮਸ ਨੂੰ ਐਗਜ਼ੀਕਿਊਟ ਕਰਨ ਲਈ। ਮਲਟੀ ਪ੍ਰੋਸੈਸਿੰਗ ਦੇ ਵਿੱਚ ਆਪਾਂ ਕਹਿੰਦੇ ਹਾਂ ਮੇਨ ਫਰੇਮ ਅਤੇ ਸੁਪਰ ਕੰਪਿਊਟਰਸ ਜਿਹੜੇ ਆ ਉਹ ਯੂਜ਼ ਹੁੰਦੇ ਆ ਮਲਟੀ ਪ੍ਰੋਸੈਸਿੰਗ ਲਈ। ਠੀਕ ਹੈ। ਤਾਂ ਇਹ ਇਹਨਾਂ ਦੇ ਕੰਪੈਰੀਜ਼ਨ ਸੀ ਮਲਟੀ ਪ੍ਰੋਗਰਾਮਿੰਗ ਅਤੇ ਮਲਟੀ ਪ੍ਰੋਸੈਸਿੰਗ ਦਾ। ਠੀਕ ਹੈ ਬੇਟਾ। ਤਾਂ ਹੁਣ ਜਿੰਨਾ ਆਪਣਾ ਸਿਲੇਬਸ ਹੋਇਆ ਵਾ ਆਪਾਂ ਸ਼ੁਰੂ ਤੋਂ ਕਵਰ ਕੀਤਾ ਵਾ। ਆਪਰੇਟਿੰਗ ਸਿਸਟਮ ਕੀ ਹੈ, ਠੀਕ ਹੈ, ਉਹਦੇ ਮਤਲਬ ਉਹਦੇ ਕੀ ਫੀਚਰਸ ਆ, ਉਹਦੀਆਂ ਸਰਵਿਸਿਜ਼ ਕੀ ਹੈ, ਫੰਕਸ਼ਨਸ ਆਫ ਆਪਰੇਟਿੰਗ ਸਿਸਟਮ, ਸਰਵਿਸਿਜ਼ ਆਫ ਆਪਰੇਟਿੰਗ ਸਿਸਟਮ, ਸਿੰਗਲ ਯੂਜ਼ਰ ਸਿਸਟਮ ਆਪਰੇਟਿੰਗ ਸਿਸਟਮ, ਮਲਟੀ ਯੂਜ਼ਰ ਆਪਰੇਟਿੰਗ ਸਿਸਟਮ, ਟਾਈਪਸ ਆਪਾਂ ਕੀਤੀਆਂ ਵਾ ਮਲਟੀ ਪ੍ਰੋਗਰਾਮਿੰਗ, ਮਲਟੀ ਟਾਸਕਿੰਗ ਅਤੇ ਮਲਟੀ ਪ੍ਰੋਸੈਸਿੰਗ। ਠੀਕ ਹੈ। ਟਾਈਪਸ ਆਫ ਆਪਰੇਟਿੰਗ ਸਿਸਟਮ ਅਤੇ ਬੇਸਿਕ ਆਪਰੇਟਿੰਗ ਸਿਸਟਮ ਦੇ ਇਹ ਤੁਸੀਂ ਸਾਰਾ ਰਿਵਾਈਜ਼ ਕਰ ਲਓ। ਮੈਂ ਤੁਹਾਨੂੰ ਨੋਟਸ ਵੀ ਸ਼ੇਅਰ ਕੀਤੇ ਆ, ਬੁੱਕ ਵਾਲੇ ਜਿਨ੍ਹਾਂ ਕੋਲ ਬੁੱਕ ਹੈ ਨਹੀਂ ਨੋਟਸ ਮੈਂ ਸ਼ੇਅਰ ਕੀਤੇ ਹੋਏ ਆ। ਠੀਕ ਹੈ। ਤਾਂ ਕੱਲ੍ਹ ਦਾ ਤੁਹਾਨੂੰ ਹੌਲੀਡੇ ਹੈ, ਪਰਸੋਂ ਤੁਹਾਡਾ ਟੈਸਟ ਹੋਏਗਾ, ਲੌਂਗ ਕੁਐਸਚਨਸ ਪਾਊਂਗੀ ਅਤੇ ਮੈਂ ਸ਼ਾਰਟ ਕੁਐਸਚਨਸ ਪਾਊਂਗੀ। ਸਾਰੇ ਜਾਣੇ ਟੈਸਟ ਰੈਡੀ ਰੱਖਿਓ।